ਲਫ਼ਜ਼ ਉਹਨਾਂ ਨੇ ਕਿਹਾ ਕਿ ਹੁਣੇ ਤੁਹਾਡੇ ਸਾਹਮਣੇ ਡਾਕਟਰ ਹਰਭਜਨ ਸਿੰਘ ਬੋਲ ਕੇ ਗਿਆ ਹੈ, ਬੋਲ ਕੇ ਗਏ ਨਹੀਂ, ਬੋਲ ਕੇ ਗਿਆ ਹੈ, ਔਰ ਮੈਂ ਕਹਾਂਗਾ ਕਿ ਇਹਦੀ ਜ਼ਬਾਨ ਦੇ ਵਿੱਚ ਮਿਸ਼ਰੀ ਹੈ। ਸੋ ਇਹਨਾਂ ਜਦੋਂ ਬੋਲਦੇ ਸੀ ਤੇ ਇਸ ਤਰ੍ਹਾਂ ਲੱਗਦਾ ਸੀ ਕਿ ਲਫ਼ਜ਼ ਜਿਹੜੇ ਨੇ ਉਹ ਉਹਨਾਂ ਨੂੰ ਲਫ਼ਜ਼ਾਂ ਦੇ ਨਾਲ ਖੇਲਣਾ, ਔਰ ਇੱਕ ਜਲਾਅ ਸੀ ਉਹਨਾਂ ਦੇ ਚਿਹਰੇ ਦੇ ਉੱਤੇ ਆ ਜਾਂਦਾ ਜਦੋਂ ਵੀ ਉਹ ਸਾਹਿਤ ਦੀ ਗੱਲ ਕਰਦੇ ਹੁੰਦੇ ਸੀ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਇੱਥੇ ਵੀ ਜਦੋਂ ਆਏ ਸਨ, ਚਲੋ ਸ਼ੁਗਲ ਵਗੈਰਾ ਤਾਂ ਚੱਲਦਾ ਰਹਿੰਦਾ, ਹੀ ਵਾਜ਼ ਆਲਸੋ ਏ ਵੈਰੀ ਵਿਟੀ ਪਰਸਨ, ਹਿਊਮਰਸ ਬਹੁਤ ਸੀ ਉਹਨਾਂ ਨੂੰ, ਜਿਹੜਾ ਹਿਊਮਰ ਸੀਗਾ ਮਹਿਫਲ ਨੂੰ ਬੋਰ ਨਹੀਂ ਸੀ ਹੋਣ ਦਿੰਦੇ ਉਹ। ਹਾਂਜੀ ਹਾਂਜੀ। ਤੇ ਜਿਹੜੀ ਵੀ ਗੱਲ ਉਹ ਜਦੋਂ ਗੰਭੀਰ ਹੁੰਦੇ ਸੀ ਤਾਂ ਗੱਲ ਬੜੀ ਤੋਲ ਕੇ ਸਮਝ ਕੇ ਉਹ ਕਰਦੇ ਸੀ, ਖਾਸ ਕਰਕੇ ਸਾਹਿਤਿਕ ਜਿਹੜੀਆਂ ਗੱਲਾਂ ਹੁੰਦੀਆਂ ਸੀ। ਔਰ ਆਲੋਚਨਾ ਦੇ ਖੇਤਰ ਵਿੱਚ ਵੀ ਉਹਨਾਂ ਦਾ ਆਪਣਾ ਹੀ ਮਕਾਮ ਸੀਗਾ। ਇੱਕ ਗੱਲ ਮੈਨੂੰ ਉਹਨਾਂ ਦੀ ਕਦੇ ਭੁੱਲੀ ਨਹੀਂ ਹੈ, ਕਿਉਂਕਿ ਹੁਣ ਅਸੀਂ ਉੱਥੋਂ ਅਗਰ ਜ਼ਬਾਨ ਬਾਰੇ ਅਸੀਂ ਗੱਲ ਕਰਦੇ ਹਾਂ, ਉਹਨਾਂ ਦੀ ਇੱਕ ਗੱਲ ਨਹੀਂ ਮੈਨੂੰ ਭੁੱਲੀ। ਉਹ ਇੱਥੇ ਜਦੋਂ ਆਏ ਤੇ ਆਈ ਸਟਾਰਟਡ ਇੰਟਰਵਿਊ, ਮੈਂ 2-3 ਵਾਰ ਉਹਨਾਂ ਨੂੰ ਇੰਟਰਵਿਊ ਕੀਤਾ। ਉਸ ਵੇਲੇ ਸਾਡਾ ਰੇਡੀਓ ਟੈਲੀਵਿਜ਼ਨ ਨਹੀਂ ਸੀ ਹੁੰਦਾ, ਐਂਡ ਆਈ ਇੰਟਰਵਿਊਡ ਹਿਮ ਫॉर ਲੋਕਲ ਪੇਪਰ ਐਂਡ ਫॉर ਅਜੀਤ ਐਂਡ ਪ੍ਰੀਤਲੜੀ ਐਂਡ ਨੋਟ। ਤੇ ਉਹਨਾਂ ਨੇ ਮੈਨੂੰ ਇਹ ਕਿਹਾ, ਕਹਿੰਦੇ ਯਾਰ ਜਦੋਂ ਦਾ ਮੈਂ ਇੱਥੇ ਆਇਆ ਤੁਸੀਂ ਹਰ ਵੇਲੇ ਇਹੀ ਕਹੀ ਜਾਂਦੇ ਹੋ ਸਾਡੇ ਬੱਚੇ ਆ ਜਿਹੜੇ ਪੰਜਾਬੀ ਨਹੀਂ ਸਿੱਖਦੇ, ਇਹ ਪੰਜਾਬੀ ਲਿਖ ਨਹੀਂ ਸਕਦੇ, ਇਹ ਬੋਲਦੇ ਨਹੀਂ ਐਂਡ ਥਿੰਗਸ ਲਾਈਕ ਦੈਟ। ਕਹਿੰਦਾ ਮੈਨੂੰ ਕੋਈ ਅਜੀਬ ਜਿਹੀ ਗੱਲ ਲੱਗੀ ਹੈ। ਮੈਂ ਕਿਹਾ ਵਾਈ ਇਟ ਇਜ਼ ਅਜੀਬ, ਆਈ ਥਿੰਕ ਵੀ ਆਰ ਡੂਇੰਗ ਦ ਰਾਈਟ ਥਿੰਗ। ਉਹ ਕਹਿੰਦੇ ਤੁਸੀਂ ਰਾਈਟ ਥਿੰਗ ਤਾਂ ਕਰਦੇ ਆ, ਚਲੋ ਬੋਲਣੀ ਤਾਂ ਚਾਹੀਦੀ ਆ, ਪਰ ਇੰਨਾ ਵੀ ਇਹਨਾਂ ਦੇ ਗੱਲ ਤੁਸੀਂ ਗੁੱਠਾ ਨਾ ਦੇਈ ਜਾਓ, ਕਿਉਂਕਿ ਕਹਿੰਦਾ ਸਾਡੇ ਇੰਡੀਆ ਵਿੱਚ ਹਾਲ ਇਹ ਹੈ, ਖਾਸ ਕਰ ਦਿੱਲੀ ਦੀ ਗੱਲ ਕਰ ਰਹੇ ਸੀ, ਵੀ ਸਾਡਾ ਹਾਲ ਇਹ ਹੈਗਾ ਕਿ ਜੇ ਕਿਸੇ ਨੇ MA ਕਰ ਲਈ ਹੈ ਨਾ, ਉਹ ਆਪਣਾ ਰੁਜ਼ਗਾਰ ਨਹੀਂ ਕਮਾ ਸਕਦਾ ਉਸ MA ਤੋਂ। ਬਿਲਕੁਲ, ਕਿਉਂਕਿ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈਗਾ ਕਿ ਉਹਨਾਂ ਦੀ ਗੱਲ ਇੰਨੀ ਦਰੁਸਤ ਮੈਨੂੰ ਲੱਗੀ ਇਸ ਕਰਕੇ ਕਿ ਸਾਡੀਆਂ ਜ਼ਬਾਨਾਂ ਆਰਥਿਕਤਾ ਨਾਲ ਬੱਝੀਆਂ ਹੋਈਆਂ। ਹਾਂਜੀ, ਅੰਗਰੇਜ਼ੀ ਜ਼ਬਾਨ ਹੈ ਜਿਹੜੀ, ਇਹਦੇ ਨਾਲ ਬੱਝ ਕੇ ਅਸੀਂ ਆਪਣੀ ਆਰਥਿਕਤਾ ਨੂੰ ਕਮਾ ਸਕਦੇ ਹਾਂ, ਬਿਹਤਰ ਕਰ ਸਕਦੇ ਹਾਂ। ਪੰਜਾਬੀ ਵਿੱਚ ਨਹੀਂ ਅਸੀਂ ਕਰ ਸਕਦੇ। ਪੰਜਾਬੀ ਦੇ ਵਿੱਚ ਜਿਨ੍ਹਾਂ ਦਿਨਾਂ ਦੇ ਵਿੱਚ ਅਸੀਂ ਪੜ੍ਹ ਰਹੇ ਸੀ ਨਾ, ਤੇ ਭਾਵੇਂ ਨੌਕਰੀਆਂ ਜਿਹੜੀਆਂ ਸੀ ਉਹ ਬਹੁਤ ਥੋੜ੍ਹੀਆਂ ਸਨ, ਕਾਲਜਾਂ ਦੇ ਵਿੱਚ ਪੜ੍ਹਾਉਣ ਦੀਆਂ ਨੌਕਰੀਆਂ, ਪਰ ਜੇ ਤੁਸੀਂ ਸਹੀ ਢੰਗ ਦੇ ਨਾਲ ਮਿਹਨਤ ਦੇ ਨਾਲ ਉਸ ਫੀਲਡ ਵਿੱਚ ਜਾਂਦੇ ਵੀ ਸੀ ਤੇ ਉਹਦੀ ਕਦਰ ਪੈਂਦੀ ਸੀ। ਹੁਣ ਮੈਂ ਇਹ ਕੋਈ ਆਪਣੀ ਤਾਰੀਫ ਦੀ ਗੱਲ ਨਹੀਂ, ਜਦੋਂ ਮੈਂ MA ਦਾ ਐਗਜ਼ਾਮ ਦਿੱਤਾ ਤੇ ਸਾਡੇ ਟੀਚਰ ਇੱਕ ਤਾਂ ਡਾਕਟਰ ਹਰਭਜਨ ਸਿੰਘ ਹੁੰਦੇ ਸੀ, ਇੱਕ ਡਾਕਟਰ ਅਤਰ ਸਿੰਘ ਹੁੰਦੇ ਸਨ। ਹਾਂ ਬਿਲਕੁਲ। ਤੇ ਉਹ ਮੈਨੂੰ ਬਾਅਦ ਵਿੱਚ ਪਤਾ ਚੱਲਿਆ, ਕਿਉਂਕਿ ਜੂਨ ਦੇ ਵਿੱਚ 26 ਜੂਨ ਨੂੰ ਮੇਰਾ ਰਿਜ਼ਲਟ ਆਇਆ ਤੇ 16 ਜੁਲਾਈ ਨੂੰ ਮੈਂ ਐਜ਼ ਅ ਲੈਕਚਰਰ ਕਾਲਜ ਦੇ ਵਿੱਚ ਨੌਕਰੀ ਮੈਂ ਜੁਆਇਨ ਵੀ ਕਰ ਲਈ। ਬਾਅਦ ਵਿੱਚ ਅਤਰ ਸਿੰਘ ਹੋਰਾਂ ਤੋਂ ਮੈਨੂੰ ਪਤਾ ਲੱਗਾ ਕਿ ਉਹ ਕਹਿੰਦੇ ਤੁਹਾਡੇ ਅਸੀਂ ਜਦੋਂ ਪੇਪਰ ਚੈੱਕ ਕਰਦੇ ਸੀ, ਅਸੀਂ ਪੇਪਰ ਚੈੱਕ ਕਰ ਮਾਰਕ ਕਰਦਿਆਂ ਹੀ ਡਿਸਾਈਡ ਕਰ ਲਿਆ ਸੀ ਕਿ ਇਹਨੂੰ ਅਸੀਂ, ਇਸ ਲੜਕੀ ਨੂੰ ਟੀਚਰ ਦੀ ਨੌਕਰੀ ਜਿਹੜੀ ਹੈ, ਉਹ ਕਾਲਜ ਦੇ ਵਿੱਚ ਲੈਕਚਰਰ ਦੀ ਨੌਕਰੀ ਜਿਹੜੀ ਹੈ ਉਹ ਜ਼ਰੂਰ ਦੇਣੀ ਹੈ। ਸੋ ਬੇਸਿਕਲੀ ਤਾਂ ਗੱਲ ਜਿਹੜੀ ਤੁਸੀਂ ਹੁਣ ਗੱਲ ਕਹੀ ਹੈ ਉਹਦੀ ਪੁਸ਼ਟੀ ਹੈ ਇਹ ਕਿ ਜੇ ਤੁਹਾਨੂੰ ਜੋਬ ਮਿਲੇਗੀ ਤਾਂ ਪੜ੍ਹਾਉਣ ਦੀ ਮਿਲੇਗੀ। ਜੇ ਤੁਸੀਂ ਲੈਟਸ ਟਾਕ ਅਬਾਊਟ ਦਿੱਲੀ ਫਸਟ, ਕਿ ਦਿੱਲੀ ਦੇ ਵਿੱਚ ਪੜ੍ਹਾਉਣ ਦੀਆਂ ਕਿੰਨੀਆਂ ਅਸਾਮੀਆਂ ਹੋ ਸਕਦੀਆਂ। ਜਦੋਂ ਨੰਬਰ ਆਫ ਗ੍ਰੈਜੂਏਟਸ ਔਰ ਮਾਸਟਰਸ ਜਿਹੜੇ ਬਾਹਰ ਆ ਰਹੇ ਆ, ਉਹਨਾਂ ਵਾਸਤੇ ਉਨੀਆਂ ਜੌਬਸ ਨਹੀਂ ਹੈ। ਵਾਟ ਹੀ ਵਾਜ਼ ਸੇਇੰਗ ਵਾਜ਼ ਡਾਕਟਰ ਹਰਭਜਨ ਸਿੰਘ ਕਿ ਉਸ ਜ਼ਬਾਨ ਨੂੰ ਹੀ ਉਸ ਹੱਦ ਤੱਕ ਸਿੱਖਣ ਦੀ ਲੋੜ ਹੈ ਜਿਸ ਤੋਂ ਤੁਹਾਨੂੰ ਰੋਟੀ ਰੋਜ਼ੀ ਮਿਲੇ। ਗੱਲ ਉਹ ਸੱਚੀ ਕਰ ਰਹੇ ਸੀ। ਬਿਲਕੁਲ। ਹੁਣ ਪੰਜਾਬ ਵਿੱਚ ਵੀ ਤੁਸੀਂ ਜਾਓ, ਅੱਜ ਦੇ ਦਿਨਾਂ ਵਿੱਚ ਅਗਰ ਤੁਸੀਂ ਜਾਓ ਤਾਂ ਲੋਕੀ ਦੇ ਪ੍ਰੈਫਰ ਟੂ ਸਪੀਕ ਇਨ ਇੰਗਲਿਸ਼, ਦੇ ਪ੍ਰੈਫਰ ਟੂ ਸਪੀਕ ਇਨ ਹਿੰਦੀ, ਤੇ ਪੰਜਾਬੀ ਦੇ ਵਿੱਚ ਪੰਜਾਬੀ 'ਚ ਪੜ੍ਹਦੇ ਜ਼ਰੂਰ ਆ ਲੋਕ, MA ਵੀ ਕਰਦੇ ਆ, PhD ਵੀ ਕਰਦੇ ਆ, ਲੇਕਿਨ ਉਹਨਾਂ ਦੀ ਕਮਾਈ ਦਾ ਸਾਧਨ ਉਹ ਡਿਗਰੀਆਂ ਨਹੀਂ ਬਣਦੀਆਂ। ਬਿਲਕੁਲ, ਕਿਉਂਕਿ ਦੇਖੋ ਜਿਹੜਾ ਜ਼ਮਾਨਾ ਵੀ ਬਦਲ ਗਿਆ, ਕਿ ਸਾਹਿਤ ਦਾ ਜਿਹੜਾ ਜ਼ਮਾਨਾ ਪਿੱਛੇ, ਹੁਣ ਟੈਕਨੋਲੋਜੀ ਦਾ ਜ਼ਮਾਨਾ ਜ਼ਿਆਦਾ ਹੈ, ਕੰਪਿਊਟਰ ਵਰਡ ਜਿਹੜਾ ਆਇਆ ਉਹਨੇ ਦੁਨੀਆ ਹੀ ਬਦਲ ਦਿੱਤੀ। ਔਰ ਸਾਡੇ ਜਿਹੜੇ ਬੱਚੇ ਨੇ ਘਰਾਂ ਦੇ ਵਿੱਚ, ਉਹ ਵੀ ਲਿਟਰੇਚਰ ਦੀ ਥਾਂ ਜਿਹੜੇ ਇਸ ਤਰ੍ਹਾਂ ਦੀ ਟੈਕਨੀਕਲ ਜਿਹੜੀਆਂ ਸਟੱਡੀਜ਼ ਨੇ ਉਹਨਾਂ ਦੇ ਵੱਲ ਚਲੇ ਗਏ, ਤੇ ਜ਼ਾਹਿਰਾ ਜਿਹੜੀ ਜ਼ਬਾਨ ਸੀ ਉਹਨੂੰ ਫਰਕ ਪੈਣਾ ਹੀ ਸੀ। ਪਰ ਮੈਂ ਸਮਝਦੀ ਹਾਂ ਕਿ ਜਦੋਂ ਅਸੀਂ ਪੰਜਾਬੀ ਜ਼ਬਾਨ ਦੀ ਗੱਲ ਕਰਦੇ ਹਾਂ, ਬੀਇੰਗ ਅ ਪੰਜਾਬੀ, ਤੇ ਅਸੀਂ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਹਾਂ ਕਿ ਪੰਜਾਬੀ, ਕਿਉਂਕਿ ਸਾਨੂੰ ਆਰਥਿਕਤਾ ਦੇ ਨਾਲ ਬੱਝੀ ਨਾ ਹੋਣ ਕਰਕੇ ਬੱਚੇ ਜਿਹੜੇ ਨਹੀਂ ਪੜ੍ਹਦੇ। ਪਰ ਠੀਕ ਹੈ, ਇਹ ਸਿਰਫ ਪੰਜਾਬੀ ਜ਼ਬਾਨ ਹੀ ਨਾ ਉਹ ਪੜ੍ਹਨ, ਅੰਗਰੇਜ਼ੀ ਪੜ੍ਹਨ, ਹੋਰ ਜ਼ਬਾਨਾਂ ਜਿਹੜੀਆਂ ਨੇ ਉਹ ਵੀ ਪੜ੍ਹਨ, ਤੇ ਪੰਜਾਬੀ ਨੂੰ ਇਗਨੋਰ ਨਾ ਕਰਨ।
ਬਿਲਕੁਲ ਤੁਹਾਡੀ ਸਹੀ ਗੱਲ ਹੈ। ਪਰ ਉਹਨਾਂ ਦਾ ਜਿਹੜਾ ਪੁਆਇੰਟ ਸੀਗਾ ਉਹ ਆਪਾਂ ਸਾਰੇ ਸਮਝ ਗਏ ਆ ਕਿ ਪੰਜਾਬੀ ਸਾਨੂੰ ਆਉਣੀ ਚਾਹੀਦੀ ਹੈ, ਪੰਜਾਬੀ ਸਾਨੂੰ ਪੜ੍ਹਨੀ ਚਾਹੀਦੀ ਹੈ, ਪੰਜਾਬੀ ਵਿੱਚ ਲਿਖਣਾ ਚਾਹੀਦੀ ਹੈ, ਪੰਜਾਬੀ ਦੀਆਂ ਕਿਤਾਬਾਂ ਵਿਕਣੀਆਂ ਚਾਹੀਦੀਆਂ, ਚਾਹੇ ਇਹਦੇ ਪਿੱਛੇ ਬੜਾ ਬਿਗ ਕੁਐਸਚਨ ਮਾਰਕ ਹੈ ਵਿਕਦੀਆਂ ਹੈ ਕਿ ਨਹੀਂ ਵਿਕਦੀਆਂ ਨਹੀਂ। ਇਹ ਵਿਕਦੀਆਂ ਬਿਲਕੁਲ। ਅੱਜ ਕੱਲ ਹੁਣ ਜਿਹੜੇ ਪਬਲਿਸ਼ਰਸ ਨੇ ਉਹਨਾਂ ਨੂੰ ਸਭ ਪਤਾ ਕਿ ਕਿਤਾਬਾਂ ਕਿੱਥੇ ਕਿੱਥੇ ਜਾਣੀਆਂ ਨੇ। ਸਿਰਫ ਸਾਨੂੰ ਇਸ ਕਰਕੇ ਲੱਗਦਾ ਹੁੰਦਾ ਕਿ ਜਿਹੜੇ ਲੇਖਕ ਨੇ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ। ਐਗਜ਼ੈਕਟਲੀ ਔਨ ਦਾ ਅਦਰ ਹੈਂਡ ਉਹ ਆਪਣੇ ਪੱਲੇ ਦਿੰਦੇ ਆ। ਉਹ ਸਾਰੀਆਂ ਕਿਤਾਬਾਂ ਉਹਨਾਂ ਦੀਆਂ ਤੁਹਾਨੂੰ 500 ਕਹਿਣਗੇ, 1000 ਛਾਪ ਕੇ 1000 ਕਿਤਾਬ ਉਹ ਵੇਚ ਲੈਣਗੇ, ਪਰ ਕਿਉਂਕਿ ਤੁਹਾਨੂੰ ਉਹਨਾਂ ਨੇ ਉਹਦੇ ਚ ਕੁਝ ਨਹੀਂ ਦੇਣਾ, ਇਸ ਕਰਕੇ ਇਹ ਕਿਹਾ ਜਾਂਦਾ ਕਿ ਕਿਤਾਬ ਵਿਕਦੀ ਨਹੀਂ। ਕਿਤਾਬ ਵਿਕਦੀ ਹੈ। ਉਹ ਬੇਸਿਕਲੀ ਤਾਂ ਉਹੀ ਗੱਲ ਹੋ ਗਈ ਕਿ ਲੇਖਕ ਦੇ ਨਾਲ ਜ਼ਬਰਦਸਤ ਧੋਖਾ ਹੋ ਰਿਹਾ। ਹਾਂਜੀ ਬਿਲਕੁਲ ਬਿਲਕੁਲ। ਕਿਉਂਕਿ ਜਿਹੜੀ ਕਿਤਾਬਾਂ ਛਾਪਣ ਦਾ ਵੀ ਚੱਕਰ ਹੈਗਾ, ਉਹ ਜ਼ਮਾਨਾ ਸੀ ਕਿ ਜਦੋਂ ਮੇਰੀ ਕਿਤਾਬ ਸਮੁੰਦਰੋਂ ਪਾਰ ਛਪੀ 1972 ਕਿ 73 ਦੇ ਵਿੱਚ, ਉਸ ਵੇਲੇ ਪ੍ਰੀਤਲੀ ਵਾਲਿਆਂ ਨੇ ਮਤਲਬ ਆਪਣੇ ਗੁਰਬਖਸ਼ ਸਿੰਘ ਹੋਣਾ ਨੇ, ਨਵਤੇਜ ਹੋਣਾ ਨੇ ਆਪ ਹੀ ਲੇਖ ਚੁਣੇ, ਆਪ ਹੀ ਉਹਨੂੰ ਸੰਪਾਦ ਕਰਕੇ ਆਪ ਹੀ ਉਹਨਾਂ ਨੇ ਛਾਪੀ ਉਹ ਕਿਤਾਬ, ਫਿਰ ਮੈਨੂੰ ਪੈਸੇ ਵੀ ਦਿੱਤੇ। ਇਸੇ ਤਰ੍ਹਾਂ ਪਾਪਾ ਪ੍ਰੀਤਮ ਸਿੰਘ ਹੋਣਾ ਨੇ ਵੀ ਇਸ ਤਰ੍ਹਾਂ ਕੀਤਾ। ਉਹ ਦੌਰ ਖਤਮ ਹੋ ਗਿਆ। ਹੁਣ ਉਹ ਇਹ ਦੇਖਦੇ ਆ ਵੀ ਇਹ ਬੰਦਾ ਕਿੰਨੇ ਪੈਸੇ ਆਪਣੀ ਜੇਬ ਚੋਂ ਕੱਢਦਾ, ਹਾਂਜੀ, ਉਹਦੇ ਹਿਸਾਬ ਦੇ ਨਾਲ ਤੁਹਾਡੀ ਕਿਤਾਬ ਛਾਪਦੀ। ਇਹ ਆਪਣੇ ਆਪ ਦੇ ਵਿੱਚ ਦੁਖਾਂਤ ਹੈ, ਕਿਉਂਕਿ ਜੇ ਅਸੀਂ ਜਿਹੜੇ ਸਧਾਰਨ ਲੋਕ ਹੈਗੇ ਨੇ ਉਹਨਾਂ ਨੂੰ ਵੀ ਦੋਸ਼ ਦੇਣਾ ਬਹੁਤੀ ਵਾਜਬ ਗੱਲ ਨਹੀਂ ਹੈ। ਉਹਨਾਂ ਨੂੰ ਅਗਰ ਚੰਗੀ ਕਿਤਾਬ ਹੋਏਗੀ ਉਹ ਖਰੀਦ ਲੈਣਗੇ। ਹਾਂਜੀ ਹਾਂਜੀ। ਪਰ ਜੇ ਕਿਤਾਬ ਦੇਖਣ ਨੂੰ ਚੰਗੀ ਹੈ, ਵਿੱਚ ਕੁਛ ਨਹੀਂ, ਫੇਰ ਵੀ ਮਤਲਬ ਨਹੀਂ ਨਾ ਗੱਲ ਬਣਦੀ। ਨਹੀਂ, ਉਹ ਵੀ ਤੁਹਾਡੀ ਵੀ ਗੱਲ ਠੀਕ ਹੈ, ਪਰ ਮੈਂ ਸਮਝਦੀ ਹਾਂ ਕਿ ਜਿਹੜਾ ਰਾਈਟਰ ਹੈ ਨਾ, ਜੇ ਅਸੀਂ ਹਿਊਮਨ ਬੀਇੰਗ ਦੇ ਪੱਖੋਂ ਦੇਖੀਏ ਉਹਨੂੰ, ਤੇ ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਛਪੀਏ, ਸਾਡੀ ਗੱਲ ਜਿਹੜੀ ਹੈ ਉਹ ਕਿਧਰੇ ਨਾ ਕਿਧਰੇ ਹੋਵੇ। ਤੇ ਜੇਕਰ ਫਰਜ਼ ਕਰੋ ਰਾਈਟਰ ਜਿਹੜਾ ਹੈ ਉਹ ਇਸ ਗੱਲ ਤੇ ਪੱਕਾ ਹੋ ਜਾਏ ਕਿ ਮੈਂ ਆਪਣੀ ਜਿਹੜੀ ਲਿਖਤ ਹੈ ਇਸ ਤਰ੍ਹਾਂ ਵੇਚਣੀ ਨਹੀਂ ਜਾਂ ਪੈਸੇ ਖਰਚ ਕੇ ਛਾਪਣੀ ਨਹੀਂ, ਤੇ ਜਦੋਂ ਪਬਲਿਸ਼ਰਾਂ ਦੇ ਕੋਲ ਕੋਈ ਕੰਮ ਨਹੀਂ ਹੋਏਗਾ ਛਾਪਣ ਦਾ, ਤੇ ਫਿਰ ਆਪਣੇ ਆਪ ਤੁਹਾਡੇ ਕੋਲੋਂ ਮੰਗਣਗੇ ਤੇ ਫਿਰ ਤੁਹਾਨੂੰ ਰਾਇਲਟੀ ਵੀ ਦੇਣਗੇ, ਕੁਝ ਉਹ ਆਪ ਖਾਣਗੇ, ਕੁਝ ਤੁਹਾਡੇ ਪੱਲੇ ਪਾਣਗੇ। ਪਰ ਕਿਉਂਕਿ ਰਾਈਟਰ ਜਿਹੜਾ ਹੈ ਨਾ, ਉਹ ਅੰਦਰੋਂ ਇੰਨਾ ਇਮੋਸ਼ਨਲ ਔਰ ਇੰਨਾ ਹੁੰਦਾ, ਉਹ ਆਪਣੀ ਗੱਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਚਾਹੁੰਦਾ ਕਿ ਵੀ ਮੇਰੀ ਗੱਲ ਬਣ ਜਾਏ, ਕਿਸੇ ਤੱਕ ਪਹੁੰਚੇ। ਕਿਉਂਕਿ ਜਿਹੜੇ ਜ਼ਰੀਏ ਹੈਗੇ ਨੇ, ਜਿਹਨਾਂ ਤੁਸੀਂ ਜ਼ਰੀਏ ਦੀ ਗੱਲ ਕਰਦੇ ਆ ਕਿ ਜਿਹੜਾ ਲਿਖਣ ਕਰਮ ਹੈ, ਇਹ ਜਿੰਨਾ ਚਿਰ ਕਿਸੇ ਅਖਬਾਰ ਵਿੱਚ ਨਹੀਂ ਛਪਦਾ, ਕਿਸੇ ਮੈਗਜ਼ੀਨ 'ਚ ਨਹੀਂ ਛਪਦਾ ਜਾਂ ਕਿਤਾਬੀ ਰੂਪ 'ਚ ਨਹੀਂ ਛਪਦਾ, ਉਹਨਾਂ ਚਿਰ ਤੁਸੀਂ ਲਿਖਦੇ ਆ ਸਿਰਫ ਲਿਖ ਕੇ ਫਿਰ ਰੱਖ ਹੀ ਛੱਡੋ। ਉਹ ਫਿਰ ਇਸ ਗੱਲ ਦਾ ਫਾਇਦਾ ਉਠਾ ਲਿਆ ਜਾਂਦਾ ਹੈ। ਇਹ ਇਸੇ ਤਰ੍ਹਾਂ ਜਿਹੜਾ ਮਾਧਿਅਮ ਹੈਗੇ ਨੇ, ਹੁਣ ਤਾਂ ਮਾਧਿਅਮ ਬਹੁਤ ਬਦਲ ਗਿਆ, ਜਿਵੇਂ ਤੁਸੀਂ ਖੁਦ ਕਿਹਾ ਵੇ ਕਿ ਰੇਡੀਓ ਦੇ ਰਾਹੀਂ ਅਸੀਂ ਕਿੰਨਾ ਕੁਛ ਆਪਣੇ ਆਪ ਨੂੰ ਜੋ ਕੁਛ ਅਸੀਂ ਕਹਿਣਾ ਅਸੀਂ ਕਹਿ ਦਿੰਦੇ ਹਾਂ ਬੋਲ ਕੇ, ਟੈਲੀਵਿਜ਼ਨ ਰਾਹੀਂ ਅਸੀਂ ਬੋਲ ਕੇ ਕਹਿ ਦਿੰਦੇ ਹਾਂ। ਹੁਣ ਫੇਸਬੁੱਕ ਆ ਗਈ ਹੈ, ਫਿਰ ਟਵਿੱਟਰ ਆ ਗਿਆ ਵੇ, we started sending these email messages। ਹਾਂਜੀ ਬਿਲਕੁਲ। the world has become so small। ਬਹੁਤ ਗੱਲ ਇੱਕਦਮ ਤੁਹਾਡੀ। ਅੱਜ ਕਿਤਾਬ ਤੁਸੀਂ ਮੈਨੂੰ ਜ਼ਿਕਰ ਕਰ ਰਹੇ ਸੀ ਨਾ ਕਿ ਉਹ ਕਿਤਾਬ ਜ਼ਰੂਰ ਲੈ ਕੇ ਆਈ ਜਿਹਦਾ ਟਾਈਟਲ ਤੁਸੀਂ ਫੇਸਬੁੱਕ ਤੇ ਦੇਖਿਆ ਮੇਰਾ, ਉਹ ਕਿਤਾਬ ਅਜੇ ਛਪ ਰਹੀ ਹੈ, ਹਫਤੇ ਤੱਕ ਆਏਗੀ, ਲੇਕਿਨ ਉਹਦੀ ਜਿਹੜੀ ਮਸ਼ਹੂਰੀ ਜਿਹੜੀ ਉੱਥੇ ਫੇਸਬੁੱਕ ਦੇ ਉੱਤੇ ਹੋ ਗਈ ਹੈ। ਬਿਲਕੁਲ, ਉਹ ਆਲਰੇਡੀ ਨਾ ਲੋਕਾਂ ਦੇ ਇੱਥੇ ਜ਼ਿਹਨ ਵਿੱਚ ਹੈਗਾ ਵੀ ਜਿਹੜੀ ਤੁਹਾਡੀ ਕਿਤਾਬ ਹੈ ਮਿਰਾਜ਼ ਹੈ, ਮੇਰੇ ਖਿਆਲ ਮਿਰਾਜ਼, ਹਾਂਜੀ, ਵੀ ਉਹ ਇਦਾਂ ਦੀ ਕਿਤਾਬ ਹੈ, ਇਹ ਦਵਿੰਦਰ ਕੌਰ ਨੇ ਲਿਖੀ। ਯੂ ਆਰ ਰਾਈਟ, ਐਬਸੋਲੂਟਲੀ। ਕਈ ਦਫਾ ਇਦਾਂ ਵੀ ਹੁੰਦਾ ਕਿ ਕਈ ਲੋਕ ਕਿਤਾਬ ਦਾ ਟਾਈਟਲ ਤਾਂ ਛਾਪਦੇ ਪਰ ਉਹਨਾਂ ਕੋਲ ਕੋਈ ਕਾਪੀ ਨਹੀਂ ਹੁੰਦੀ, ਅਜੇ ਪਬਲਿਸ਼ਰ ਨੇ ਭੇਜੀ ਨਹੀਂ ਹੁੰਦੀ। ਮੇਰੇ ਕੋਲ ਤੁਹਾਡੇ ਨਾਲ ਵੀ ਸ਼ਾਇਦ ਇਸ ਤਰ੍ਹਾਂ ਕਿਤਾਬ ਛਪ ਰਹੀ, ਹਫਤੇ ਤੱਕ ਆ ਜਾਣੀ ਹੈ। ਤੁਸੀਂ ਜ਼ਿੰਦਗੀ ਦਾ ਵਧੇਰੇ ਹਿੱਸਾ ਦਿੱਲੀ ਵਿੱਚ ਗੁਜ਼ਾਰਿਆ। ਹਾਂਜੀ, ਦਿੱਲੀ ਮੈਨੂੰ ਬੜਾ ਪਿਆਰਾ ਸ਼ਹਿਰ ਲੱਗਦਾ ਹੈ, ਲੁਧਿਆਣੇ ਔਰ ਲੰਡਨ ਤੋਂ ਬਾਅਦ। ਬਿਲਕੁਲ ਬਿਲਕੁਲ ਬਿਲਕੁਲ। ਤੇ ਦਿੱਲੀ ਇੱਕ ਪਿਆਰਾ ਸ਼ਹਿਰ ਹੈ, ਔਰ ਦਿੱਲੀ ਦੇ ਵਿੱਚ ਜਿਹੜੀਆਂ ਸਾਹਿਤਕ ਗਤੀਵਿਧੀਆਂ ਨੇ, ਹੁਣ ਤਾਂ ਮੈਨੂੰ ਪਤਾ ਨਹੀਂ ਕਿਸ ਤਾਦਾਦ ਤੱਕ ਹੈ, ਪਹਿਲਾਂ ਕਿਸ ਮਾਤਰਾ ਤੱਕ ਹੈ, ਲੇਕਿਨ ਪਹਿਲਾਂ ਬਹੁਤ ਸੀਗੀਆਂ। ਇੱਕ ਮਾਹੌਲ ਹੁੰਦਾ ਸੀ। ਇੱਕ ਪਹਿਲਾਂ ਤਾਂ ਖੁਸ਼ਕਿਸਮਤੀ ਦੀ ਗੱਲ ਹੈ ਕਿ ਜਿਹੜਾ ਜਿੱਥੇ ਮੈਂ ਰਹਿੰਦੀ ਸੀ ਆਪਣੀ ਮਾਂ ਦੇ ਘਰ, ਉਹ ਇੱਕ ਰਾਈਟਰਾਂ ਦਾ, ਪੰਜਾਬੀ ਰਾਈਟਰਾਂ ਦਾ ਉਹ ਇਲਾਕਾ ਜਿਹੜਾ ਉਹ ਗੜ੍ਹ ਹੈ, ਔਰ ਪਹਾੜਗੰਜ ਦਾ ਜਿਹੜਾ ਇਲਾਕਾ ਹੈ ਉਹਦੇ ਵਿੱਚ ਜਿਹੜੇ ਸਾਡੇ ਵੱਡੇ ਵੱਡੇ ਜਿਹੜੇ ਪੰਜਾਬੀ ਰਾਈਟਰ ਨੇ, ਹਜ਼ਾਰਾ ਸਿੰਘ ਗੁਰਦਾਸਪੁਰੀ ਹੈ, ਬਰਕਤ ਰਾਮ ਬਰਕਤ ਹੈ, ਦਵਿੰਦਰ ਹੁੰਦੇ ਸੀ ਜਿਹੜੇ ਆਕਾਸ਼ਵਾਣੀ ਵਾਲੇ, ਉਹ ਵੀ ਉੱਥੇ ਪਹਾੜਗੰਜ ਦੇ ਵਿੱਚ ਚੂਨਾ ਮੰਡੀ ਦੇ ਵਿੱਚ ਰਹਿੰਦੇ ਹੁੰਦੇ ਸੀ। ਫਿਰ ਇਹ ਜਿਹੜੇ ਇੰਦਰਜੀਤ ਨੇ ਸਾਡੇ ਮੀਰਜ਼ਾਦਾ ਕੱਢਦੇ ਨੇ, ਇਹ ਵੀ ਉੱਥੇ ਹੀ ਚੂਨਾ ਮੰਡੀ ਦੇ ਜਿਹੜੇ ਹੈਗੇ ਨੇ। ਸੋ ਇਸ ਤਰ੍ਹਾਂ ਹੋਰ ਬਲਵੰਤ ਸਿੰਘ ਨਿਰਵੈਰ ਸਨ। ਫਿਰ ਇੱਕ ਤੇਜਾ ਹੁੰਦੇ ਸੀ ਆਪਣਾ ਡਾਕਟਰ ਹਰਭਜਨ ਸਿੰਘ ਹੋਰਾਂ ਦੇ ਨਾਲ ਹੀ ਹੁੰਦੇ ਸੀ, ਬਹੁਤ ਅੱਛਾ, ਮੈਨੂੰ ਨਾਮ ਨਹੀਂ ਉਹਨਾਂ ਦਾ ਯਾਦ ਆ ਰਿਹਾ, ਬੜੇ ਅੱਛੇ ਪੋਇਟ ਸੀ। ਇਹ ਸਾਰੇ ਨਹੀਂ ਰਵੇਲ ਨਹੀਂ ਸੀ, ਸਿਮ ਦੇ ਪੱਥਰ ਸੀ ਜਿਨ੍ਹਾਂ ਦੀ ਕਿਤਾਬ,
ਮੈਨੂੰ ਬਿਲਕੁਲ ਉਹ ਨਾਮ ਇੱਕਦਮ ਯਾਦ ਨਹੀਂ ਆ ਰਿਹਾ। ਇਹ ਸਾਰੇ ਜਿਹੜੇ ਰਾਈਟਰਸ ਹੈ ਨਾ ਇੱਕੋ ਏਰੀਆ ਸੀ, ਇੱਕ ਉਹਦੇ ਵਿੱਚ ਮਤਲਬ ਨੇੜੇ 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 ਉਹ ਰਹਿੰਦੇ ਹੁੰਦੇ ਸੀ। ਕਿਉਂਕਿ ਉਹ ਵੀ ਨਾ ਤੁਹਾਡੇ ਉੱਥੇ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਗਾਰਗੀ ਨੇ ਵੀ ਥਾਂ ਥਾਂ ਲਿਖਿਆ ਕਿ ਕਾਫੀ ਹਾਊਸ ਵਿੱਚ ਮਿਲਦੇ ਹੁੰਦੇ ਸੀ, ਥਿੰਗ ਲਾਈਕ ਦੈਟ। ਹਾਂਜੀ, ਇੱਕ ਤਾਰਾ ਸਿੰਘ ਇੱਥੇ ਆਏ ਸੀਗੇ, ਤਾਰਾ ਸਿੰਘ, ਹਾਂ ਮੈਂ ਤਾਰਾ ਸਿੰਘ ਹੋਰਾਂ ਦੀ, ਤਾਰਾ ਸਿੰਘ ਕਾਮਲ ਕਹਿੰਦੇ ਸੀ, ਤਾਰਾ ਸਿੰਘ ਕਾਮਿਲ, ਹਾਂ ਦੈਟਸ ਰਾਈਟ। ਮੈਨੂੰ ਹੁਣ ਜਿਸ ਕਾਫੀ ਹਾਊਸ ਦੀ ਤੁਸੀਂ ਗੱਲ ਕਰਦੇ ਹੋ ਨਾ, ਹਾਂਜੀ ਉਹ ਕਾਫੀ ਹਾਊਸ ਦੇ ਵਿੱਚ ਮੈਂ ਵੀ ਜਾਂਦੀ ਹੁੰਦੀ ਸੀ ਉੱਥੇ। ਅੱਛਾ ਅੱਛਾ ਅੱਛਾ। ਉਹ ਤਾਰਾ ਸਿੰਘ ਵੀ ਉਹਦੇ ਜਦੋਂ ਇੱਥੇ ਆਏ ਸਨ, ਉਹਨਾਂ ਨਾਲ ਘੁੰਮਦੇ ਫਿਰਦੇ ਰਹੇ, ਦਿੱਲੀ ਦੀਆਂ ਗੱਲਾਂ ਹੁੰਦੀਆਂ ਰਹੀਆਂ। ਉਹ ਬੜੇ ਹੈਰਾਨ ਹੋਏ, ਕਹਿੰਦੇ ਜਦ ਦਿੱਲੀ ਰਿਹਾ। ਮੈਂ ਕਿਹਾ ਮੈਂ ਦਿੱਲੀ 1 ਸਾਲ ਰਿਹਾ ਸੀ 1957 58 ਦੇ ਵਿੱਚ, ਸਾਡਾ ਬਿਜ਼ਨਸ ਸੀ ਉੱਥੇ, ਮੈਂ ਆਈ ਵਾਜ਼ ਡੂਇੰਗ ਸਮਥਿੰਗ ਐਂਡ ਕਹਿੰਦਾ ਲੱਗਦਾ ਹੈ ਜਦੋਂ ਦਿੱਲੀ 'ਚ ਹੀ ਰਿਹਾ ਹੋਵੇ। ਮੈਂ ਕਿਹਾ ਇਸ ਕਰਕੇ ਲੱਗਦਾ ਕਿ ਤੁਹਾਡੇ ਵਰਗੇ ਮਿੱਤਰ ਪਿਆਰੇ। ਪਰ ਵੈਸੇ ਮੈਨੂੰ ਵੀ ਏਦਾਂ ਹੀ ਲੱਗਦਾ ਹੁੰਦਾ ਹੈ। ਤੁਸੀਂ ਮਤਲਬ ਤੁਹਾਡੀ ਜਿਹੜੀ ਇੱਕ ਮੈਨੂੰ ਲੱਗਦਾ ਪਰਸਨੈਲਿਟੀ ਇਹੋ ਜਿਹੀ ਹੈ ਕਿ ਉਹ ਇੱਕਦਮ ਤੁਸੀਂ ਇਸ ਤਰ੍ਹਾਂ ਇੱਕ ਦੂਸਰੇ ਦੇ ਵਿੱਚ ਮਿਲਣਸਾਰ ਇੰਨੇ ਜ਼ਿਆਦਾ ਹੈਗੇ ਹੋ ਕਿ ਇੰਦਾ ਲੱਗਦਾ ਕਿ ਤੁਸੀਂ ਪਰ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਵੀ ਕਿਉਂਕਿ ਜਿਹੜੇ ਦਿੱਲੀ 'ਚ ਦੋਸਤ ਰਹਿੰਦੇ ਨੇ, ਲਿਖਣ ਵਾਲੇ ਜਿਹੜੇ ਦੋਸਤ ਹੈ, ਜਿਹੜੇ ਦੋਸਤ ਵੀ ਨਹੀਂ ਹੈ ਬਲਕਿ ਮੈਂ ਉਹਨਾਂ ਨੂੰ ਕਲਮੀ ਤੌਰ ਤੇ ਜਾਣਦਾ, ਉਹਨਾਂ ਨੂੰ ਮੈਂ ਇੰਨਾ ਨਿੱਠ ਕੇ ਪੜ੍ਹਦਾ, ਉਹਨਾਂ ਨੂੰ ਉਹਨਾਂ ਦੀ ਜਿਹੜੀਆਂ ਜ਼ਿੰਦਗੀ ਦੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਇੰਨਾ ਫੋਲੋ ਕਰਦਾ। ਮੈਨੂੰ ਐਂ ਲੱਗਦਾ ਜਿੱਦਾਂ ਖੁਦ ਹੀ ਦਿੱਲੀ 'ਚ ਹੀ ਰਹਿੰਦਾ ਹੋਵਾਂ। ਜਿੱਦਾਂ ਅੰਮ੍ਰਿਤਾ ਜੀ ਉੱਥੇ ਰਹਿੰਦੇ ਸੀਗੇ, ਅੰਮ੍ਰਿਤਾ ਦਾ ਸਾਡੇ ਦਿਲ 'ਚ ਬੜਾ ਮਾਣ ਆਦਰ ਸਤਿਕਾਰ ਹੈ। ਚਲੇ ਗਏ ਨੇ, ਇਸ ਦੁਨੀਆ 'ਚ ਨਹੀਂ ਰਹੇ। ਐਂਡ ਦੈਨ ਪਾਪਾ ਜੀ ਸੀਗੇ ਉੱਥੇ, ਦਵਿੰਦਰ ਸਤਿਆਰਥੀ ਨੂੰ ਮੈਂ ਮਿਲਿਆ ਜਾ ਕੇ, ਜਾਣੀ ਨਾ ਇਟ ਵਾਜ਼ ਅ ਡਿਫਰੈਂਟ ਕਾਈਂਡ ਆਫ ਐਟਮੋਸਫੀਅਰ, ਜਿਵੇਂ ਤੁਸੀਂ ਖੁਦ ਕਿਹਾ। ਐਨੀਵੇ ਦਵਿੰਦਰ ਜੀ, ਹੁਣ ਬ੍ਰੇਕ ਦਾ ਟਾਈਮ ਹੋ ਗਿਆ ਤੇ ਵੀ ਵਿਲ ਜਸਟ ਹੈਵ ਅ ਸਮਾਲ ਬ੍ਰੇਕ ਐਂਡ ਦੈਨ ਵੀ ਵਿਲ ਕੈਰੀ ਔਨ ਟਾਕਿੰਗ। ਐਂਡ ਦੋਸਤੋ, ਵੀ ਵਿਲ ਹੈਵ ਅ ਬ੍ਰੇਕ ਐਜ਼ ਆਈ ਸੈਡ ਐਂਡ ਆਈ ਵਿਲ ਸੀ ਯੂ ਆਫਟਰ ਅ ਫਿਊ ਮਿੰਟਸ। साथी हाथ बढ़ाना साथी रे, साथी हाथ बढ़ाना साथी रे, साथी हाथ बढ़ाना साथी रे, साथी हाथ बढ़ाना, साथी हाथ बढ़ाना साथी रे, साथी हाथ बढ़ाना साथी रे, साथी हाथ बढ़ाना साथी रे, साथी हाथ बढ़ाना। So welcome back. This is MA TV and the program is called Sathi Live. And as you know, this program comes every Saturday from 12 to 1 o'clock. And we got our guest in the studio, Dr. Devinder Kaur. By profession, she has been teaching for a number of years. She was lecturer in Punjabi in Delhi University, then reader in Punjabi in Delhi University again, and lecturer in Punjabi in Bilston Community College in West Midlands. And she was also lecturer in ESOL in Wolverhampton College in Wolverhampton. ESOL is when you teach English to people who are not familiar with the language. ਦਵਿੰਦਰ ਜੀ, ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਕੁਝ ਗੱਲਾਂ ਕੀਤੀਆਂ ਓਬਵੀਅਸਲੀ ਸਾਹਿਤਿਕ, ਕਿਉਂਕਿ ਤੁਸੀਂ ਲਿਖਦੇ ਹੋ, ਮੈਂ ਲਿਖਦਾ ਵਾਂ, ਸੋ ਸਾਨੂੰ ਕਾਫੀ ਇਹ ਲਗਾਓ ਵੀ ਹੈ। ਵੈਨ ਵੀ ਟਾਕ ਅਬਾਊਟ ਸਾਹਿਤ, ਅਬਾਊਟ ਲਿਟਰੇਚਰ, ਤਾਂ ਜ਼ਾਹਰਾ ਤੌਰ 'ਤੇ ਸਾਡੇ ਸਾਹਮਣੇ ਉਹ ਸ਼ਖਸੀਅਤਾਂ ਆ ਜਾਂਦੀਆਂ ਨੇ ਜਿਨ੍ਹਾਂ ਦੀ ਉਂਗਲੀ ਫੜ ਕੇ, ਸੋ ਟੂ ਸਪੀਕ, ਅਸੀਂ ਵੀ ਅੱਗੇ ਤੁਰੇ ਹਾਂ ਔਰ ਉਹਨਾਂ ਦਾ ਬੜਾ ਰਿਗਾਰਡ ਹੈ। ਕੁਝ ਸ਼ਖਸੀਅਤਾਂ ਹੈਗੀਆਂ ਨੇ ਐਸੀਆਂ ਜਿਹੜੀਆਂ ਦਿੱਲੀ ਵਿੱਚ ਸਨ, ਮਸਲਨ ਅੰਮ੍ਰਿਤਾ ਪ੍ਰੀਤਮ। ਹਾਂਜੀ, ਅੰਮ੍ਰਿਤਾ ਪ੍ਰੀਤਮ ਜੀ, ਉਹ ਸਾਡੇ ਨਾ ਇੱਕ ਜਿੱਦਾਂ ਮੈਂ ਕਿਹਾ ਲਫ਼ਜ਼ ਸਤੰਭ ਕਹਿ ਸਕਦੇ ਹਾਂ। ਹਾਂਜੀ ਹਾਂਜੀ, ਭਈ ਉਹ ਸੀਗੇ। ਉਹ ਤੁਹਾਡਾ ਕਿੰਨਾ ਕੁ ਉਹਨਾਂ ਦੇ ਨਾਲ ਵਾਸਤਾ ਸੀ? ਮੇਰਾ ਉਹਨਾਂ ਦੇ ਨਾਲ ਜਿਹੜਾ ਵਾਸਤਾ ਹੈ ਐਕਚੁਅਲੀ ਸੀ, ਪਹਿਲਾਂ ਤਾਂ ਮੇਰਾ ਡਾਕਟਰ ਹਰਭਜਨ ਸਿੰਘ ਹੋਰਾਂ ਦਾ ਅਸੀਂ ਜ਼ਿਕਰ ਜਿਵੇਂ ਕੀਤਾ ਹੈ, ਉਸ ਤੋਂ ਬਾਅਦ ਅੰਮ੍ਰਿਤਾ ਜੀ ਦੀਆਂ ਅਸੀਂ ਕਹਾਣੀਆਂ ਪੜ੍ਹਦੇ ਹੁੰਦੇ ਸੀ, ਕਵਿਤਾ ਪੜ੍ਹਦੇ ਹੁੰਦੇ ਸੀ, ਔਰ ਉਹਨਾਂ ਦੀ ਜਿਹੜੀ ਇੱਕ ਉਹਨਾਂ ਦੇ ਗੀਤ ਪੜ੍ਹਦੇ ਹੁੰਦੇ ਸੀ। ਜਿਹੜੀ ਵਾਰਸ, ਮੈਂ ਅੱਜ ਆਖਾਂ ਵਾਰਸ ਸ਼ਾਹ ਨੂੰ, ਇਹ ਬਹੁਤ ਹੀ ਪੋਪੂਲਰ, ਮਤਲਬ ਹਰ ਜ਼ਮਾਨੇ ਦੇ ਵਿੱਚ ਇਹ ਜਿਹੜੀ ਕਵਿਤਾ ਉਹਨਾਂ ਦੀ ਬੜੀ ਪੋਪੂਲਰ ਰਹੀ ਹੈ। ਪਹਿਲਾਂ ਤਾਂ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਪੜ੍ਹਿਆ ਹੁੰਦਾ ਸੀ, ਪਰ ਜਦੋਂ ਮੈਂ ਕਾਲਜ ਦੇ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ PhD ਕਰਨ ਗਈ ਅਤੇ ਡਾਕਟਰ ਸਾਹਿਬ ਦੇ ਨਾਲ ਵਾਹ ਪਿਆ, ਅਤੇ ਇਹ ਫਿਰ ਹੌਲੀ ਹੌਲੀ ਮੈਂ ਆਲੋਚਨਾ ਲਿਖਣੀ ਸ਼ੁਰੂ ਕਰਤੀ। ਜਿਵੇਂ ਮੈਂ ਕਿਹਾ ਕਿ ਵੀ ਮੈਂ ਆਲੋਚਨਾ ਦਾ ਕੰਮ ਜਿਹੜਾ ਮੇਰਾ ਪਹਿਲੋਂ ਸੀ ਅਤੇ ਕਵਿਤਾ ਦਾ ਬਾਅਦ ਵਿੱਚ ਸੀ, ਅਤੇ ਮੈਂ ਕੁਛ ਆਰਟੀਕਲਸ ਜਿਸ ਤਰ੍ਹਾਂ ਪੋਇਟਰੀ ਦੇ ਉੱਤੇ ਲਿਖਣੇ ਰਿਵਿਊਜ਼ ਕਰਦੀ ਹੁੰਦੀ ਸੀ ਅਕਸ ਦੇ ਵਿੱਚ। ਅਤੇ ਮੋਹਨਜੀਤ ਸਾਡੇ ਉੱਥੇ ਬੜਾ ਅੱਛਾ ਸ਼ਾਇਰ ਸੀ ਦਿੱਲੀ ਦੇ ਵਿੱਚ, ਤਾਂ ਉਹਨੇ ਜਦੋਂ ਮੈਂ ਲਿਖਿਆ ਮੋਹਨਜੀਤ ਦੀ ਕਵਿਤਾ ਬਾਰੇ ਲਿਖਿਆ, ਜਸਵੰਤ ਦੀਦ ਹੁੰਦਾ ਸੀ, ਮੈਂ ਉਹਦੀ ਇੱਕ ਪੋਇਮ ਦੇ ਬਾਰੇ ਲਿਖਿਆ, ਅਤੇ ਇਹ ਜਦੋਂ ਲੇਖ ਅੰਮ੍ਰਿਤਾ ਜੀ ਦੇ ਕੋਲ ਉਹਨਾਂ ਦੇ ਦੁਆਰਾ ਪਹੁੰਚੇ, ਤਾਂ ਅੰਮ੍ਰਿਤਾ ਜੀ ਨੇ ਮੇਰੇ ਜਦੋਂ ਲੇਖ ਪੜ੍ਹੇ ਅਤੇ ਉਹਨਾਂ ਨੂੰ ਲੱਗਦਾ ਸ਼ੀ ਲੁਕਸ ਕੁਆਇਟ ਪ੍ਰੋਮਿਸਿੰਗ।
ਤੇ ਉਹਨਾਂ ਨੇ ਫਿਰ ਕਹਿੰਦੇ, ਫਿਰ ਮੈਨੂੰ ਉਹਨਾਂ ਨੇ ਸੱਦਿਆ, ਮੈਂ ਗਈ ਉੱਥੇ। ਫਿਰ ਉਹ ਕਹਿੰਦੇ ਇੱਕ ਕਾਲਮ ਸ਼ੁਰੂ ਕੀਤਾ ਉਹਨਾਂ ਨੇ, ਪੰਜਵਾਂ ਚਿਰਾਗ, ਤੇ ਉਹਦੇ ਵਿੱਚ ਫਿਰ ਉਹਨਾਂ ਨੇ ਮੈਨੂੰ ਹਰ ਮਹੀਨੇ ਕਿਹਾ ਕਿ ਤੂੰ ਕੋਈ ਨਾ ਕੋਈ ਪੋਇਟ ਲੈ ਕੇ ਜਾਂ ਕੋਈ ਇੱਕ ਕਵਿਤਾ ਲੈ ਕੇ ਤੂੰ ਉਹਦੇ ਬਾਰੇ ਗੱਲ ਕਰ। ਤੇ ਉਹ ਫਿਰ ਮੇਰਾ 12 ਉਹਦੇ ਇਸ਼ੂਜ਼ ਜਿਹੜੇ ਸੀ ਉਸ ਕਾਲਮ ਦੇ ਛਪੇ। ਸੋ ਇਸ ਤਰ੍ਹਾਂ ਸਾਡੀ ਅੰਮ੍ਰਿਤਾ ਜੀ ਦੇ ਨਾਲ ਮੁਲਾਕਾਤ ਜਿਹੜੀ ਸੀ ਉਹ ਸ਼ੁਰੂ ਹੋਈ ਹੈ। ਅੰਮ੍ਰਿਤਾ ਜੀ ਨੂੰ ਮੈਂ ਇੱਥੇ ਇੰਗਲੈਂਡ ਆਏ ਸੀ ਤਾਂ ਸਾਡੇ ਘਰ ਵੀ ਆਏ ਸੀ, ਉਹਨਾਂ ਨਾਲ ਕੁਝ ਸਮਾਂ ਬਿਤਾਇਆ, ਤੇ ਫਿਰ ਇੰਡੀਆ ਜਾਂਦੇ ਸੀ, ਫਿਰ ਵੀ ਮਿਲਦੇ ਸੀ। ਪਰ ਇਹ ਸਾਡੇ ਉਹ ਪੰਛੀ ਫੇਰੀ ਵਾਲੀ ਗੱਲ ਹੁੰਦੀ ਹੈ। ਪਰ ਤੁਸੀਂ ਕਿਉਂਕਿ ਦਿੱਲੀ 'ਚ ਰਹਿੰਦੇ ਸੀ, ਉਹਨਾਂ ਨੂੰ ਮਿਲਦੇ ਗਿਲਦੇ ਰਹਿੰਦੇ ਸੀ। ਕਈ ਲੋਕ ਇੱਦਾਂ ਕਹਿੰਦੇ ਆ ਕਿ ਉਹਨਾਂ ਦੀ ਜਿਹੜੀ ਲੇਟਰ ਲਾਈਫ ਸੀਗੀ ਉਹਦੇ ਵਿੱਚ ਕਈਆਂ ਗੱਲਾਂ ਨੂੰ ਵਧਾ ਚੜ੍ਹਾ ਕੇ ਕਰਦੇ ਹੁੰਦੇ ਸੀ, ਕਈ ਉਹ ਇਹੋ ਜਿਹੀਆਂ ਗੱਲਾਂ ਕਰਦੇ ਸੀ ਜਿਹੜੀ ਪ੍ਰਗਤੀਵਾਦੀ ਨਹੀਂ ਸੀ ਹੁੰਦੀਆਂ, ਜੋਤਿਸ਼ ਵਗੈਰਾ ਵਿੱਚ ਮਲਵਸ ਹੋ ਗਿਆ ਸੀ ਜਾਂ ਸਮਥਿੰਗ। ਡਿਡ ਯੂ ਫੀਲ ਐਨੀ ਸਟ੍ਰੇਂਜ ਥਿੰਗਸ ਇਨ ਹਰ? ਦੇਖੋ, ਮੈਂ ਉਹਨਾਂ ਦੇ ਕੋਲ ਬਹੁਤ ਜਾਂਦੀ ਹੁੰਦੀ ਸੀ, ਔਰ ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਸੀ, ਕਈ ਦਿਨ ਅਸੀਂ ਲਗਾਤਾਰ ਉਹਨਾਂ ਦੇ ਕੋਲ ਜਾਂਦੇ ਸੀ। ਇੱਕ ਤਾਂ ਮੇਰਾ ਕਾਲਜ ਸਾਊਥ ਦਿੱਲੀ ਵਾਲੇ ਪਾਸੇ ਹੁੰਦਾ ਸੀ, ਤੇ ਉਹਨਾਂ ਦਾ ਘਰ ਵੀ ਜਿਹੜਾ ਹੈ, ਮੈਂ ਆਪਣੇ ਕਾਲਜ ਤੋਂ ਕਈ ਵਾਰੀ ਚਲੀ ਜਾਂਦੀ ਹੁੰਦੀ ਸੀ ਉੱਥੇ। ਜਦੋਂ ਉਹਨਾਂ ਨੇ ਇਹ ਸਟ੍ਰੇਂਜ ਗੱਲਾਂ ਦਾ ਜਿਹੜਾ ਉਹਨਾਂ ਦਾ ਪੀਰੀਅਡ ਹੈ, ਜਿਹੜਾ ਉਸ ਤੋਂ ਪਹਿਲਾਂ ਉਹਨਾਂ ਨੇ ਓਸ਼ੋ ਨੂੰ ਪੜ੍ਹਨਾ ਸ਼ੁਰੂ ਕੀਤਾ। ਤੇ ਓਸ਼ੋ ਨੂੰ ਪੜ੍ਹਦਿਆਂ ਮੈਨੂੰ ਵੀ ਉਹਨਾਂ ਨੇ ਵਿੱਚ ਕਿ ਸਾਰਿਆਂ ਨੂੰ ਰਿਕਮੈਂਡ ਕਰਦੇ ਹੁੰਦੇ ਸੀ। ਤੇ ਓਸ਼ੋ ਦੀਆਂ ਕੁਝ ਕਿਤਾਬਾਂ ਮੈਂ ਵੀ ਪੜ੍ਹੀਆਂ, ਜਿਸ ਤਰ੍ਹਾਂ ਇੱਕ ਹੈਗੀ ਸੀ ਉਹਨਾਂ ਦੀ ਕਿਤਾਬ ਸੈਕਸ ਐਂਡ ਸੁਪਰ ਕੌਨਸ਼ੀਅਸਨੈਸ ਜਿਹੜੀ ਸੀ, ਉਹ ਕਿਤਾਬ ਮੈਨੂੰ ਉਸ ਸ਼ਖਸ ਦੇ ਵਿੱਚ ਮਤਲਬ ਜਿਹੜਾ ਉਹ ਕਨਵਿੰਸਿੰਗ ਬਹੁਤ ਸੀ, ਜੋ ਵੀ ਉਹ ਗੱਲ ਕਰਦਾ ਸੀ। ਉਦੋਂ ਮੈਨੂੰ ਮਤਲਬ ਓਸ਼ੋ ਦੇ ਉੱਤੇ ਕਾਫੀ ਇਹਨਾਂ ਓਸ਼ੋ ਦਾ ਅਸਰ ਸੀ ਅੰਮ੍ਰਿਤਾ ਜੀ ਦੇ ਉੱਤੇ। ਪਰ ਹੌਲੀ ਹੌਲੀ ਜਦੋਂ ਉਹਨਾਂ ਨੇ ਜਿਹੜੀ ਪਿਛਲੇ ਜਨਮ ਦੀਆਂ ਜਦੋਂ ਗੱਲਾਂ ਸ਼ੁਰੂ ਕਰ ਦਿੱਤੀਆਂ, ਲਾਲ ਧਾਗੇ ਦਾ ਰਿਸ਼ਤਾ, ਉਹਨਾਂ ਨੇ ਇੱਕ ਕਿਤਾਬ ਲਿਖੀ ਜਿਹਦੇ ਵਿੱਚ ਉਹਦਾ ਆਪਣਾ ਜਿਹੜਾ ਸੰਬੰਧ ਹੈ ਉਹ ਇੰਦਰਾ ਗਾਂਧੀ ਦੇ ਨਾਲ ਜੋੜਿਆ। ਤੇ ਮੈਨੂੰ ਲੱਗਦਾ ਸੀ, ਕਿਉਂਕਿ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਮੇਰਾ ਆਪਣਾ ਵਿਸ਼ਵਾਸ ਨਹੀਂ ਹੈਗਾ, ਤੇ ਇਸ ਕਰਕੇ ਮੈਨੂੰ ਉਹ ਗੱਲਾਂ ਜਿਹੜੀਆਂ ਕੋਈ ਬਹੁਤੀਆਂ ਮੀਨਿੰਗਫੁਲ ਨਹੀਂ ਸੀ ਲੱਗਦੀਆਂ ਹੁੰਦੀਆਂ। ਕਈ ਲੋਕ ਕਹਿੰਦੇ ਆ ਕਿ ਕਿਉਂਕਿ ਜਦੋਂ ਬੰਦਾ ਚਲੇ ਜਾਂਦਾ ਉਹਦੇ ਬਾਰੇ ਪਹਿਲੀ ਗੱਲ ਤਾਂ ਮੈਂ ਗੱਲ ਕਰਨੀ ਪਸੰਦ ਵੀ ਨਹੀਂ ਕਰਦਾ, ਪਰ ਉਹ ਕਿਉਂਕਿ ਇੱਕ ਆਈਕੋਨਿਕ ਪਬਲਿਕ ਫਿਗਰ ਸੀ, ਇਸ ਕਰਕੇ ਸਾਡਾ ਹੱਕ ਵੀ ਬਣਦਾ ਹੈ। ਕਈ ਲੋਕ ਕਹਿ ਦਿੰਦੇ ਆ ਕਿ ਅੰਮ੍ਰਿਤਾ ਪ੍ਰੀਤਮ ਦੀ ਜਿਹੜੀ ਕਵਿਤਾ ਹੈਗੀ ਆ, ਅੱਜ ਆਖਾ ਵਾਰਿਸ਼ਾਂ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਇਹ ਇੰਨੀ ਮਸ਼ਹੂਰ ਹੋ ਗਈ ਕਿ ਉਹ ਮਤਲਬ ਕਵਿਤਾ ਤੇ ਅੰਮ੍ਰਿਤਾ ਪ੍ਰੀਤਮ ਐਂ ਲੱਗਦਾ ਕਿ ਉਹਨੇ ਉਹ ਤੋਂ ਸਿਵਾ ਕੁਛ ਕੀਤਾ ਹੀ ਨਾ ਹੋਵੇ ਜਿਵੇਂ। ਐਂਡ ਕਈ ਲੋਕ ਕਹਿੰਦੇ ਆ ਕਿ ਅੰਮ੍ਰਿਤਾ ਵਾਜ਼ ਓਵਰਰੇਟਡ, the reason being ਕਿ she was living in Delhi and she had association with Indira Gandhi and she was member of Rajya Sabha, ਤੇ ਉਸ ਸਰਕਲ ਵਿੱਚ ਘੁੰਮਦੇ ਸੀ, ਇਸ ਕਰਕੇ ਉਹਨੂੰ ਇੰਨਾ ਓਵਰਰੇਟ ਹੋ ਗਈ। Do you think she was overrated? ਦੇਖੋ, ਇਹ ਜਿਹੜਾ ਪੀਰੀਅਡ ਹੈ ਇਹ ਤਾਂ ਬਹੁਤ ਬਾਅਦ ਦਾ ਹੈ। ਪਹਿਲਾਂ ਤਾਂ ਅਸੀਂ ਉਹਦੀ ਕਵਿਤਾ ਦੀ ਗੱਲ ਕਰਦੇ ਹਾਂ, ਅੰਮ੍ਰਿਤਾ ਦੀ ਕਵਿਤਾ ਦੀ ਗੱਲ ਕਰਦੇ ਹਾਂ, ਉਹਦੀ ਜੀਵਨੀ ਦੇ ਵੀ ਜਦੋਂ ਤੁਸੀਂ ਉਹਦੀ ਪੜ੍ਹਦੇ ਹੋ, ਰਸੀਦੀ ਟਿਕਟ, ਜਾਂ ਉਸ ਤੋਂ ਪਹਿਲਾਂ ਤੁਸੀਂ ਉਹਨਾਂ ਦੇ ਨਾਵਲ ਵੀ ਜੇ ਤੁਸੀਂ ਪੜ੍ਹਦੇ ਹੋ, ਜਿਹੜਾ ਓਵਰ ਰੇਟਿੰਗ ਦੀ ਗੱਲ ਨਹੀਂ ਸੀ ਮੈਨੂੰ ਲੱਗਦੀ, ਕਿਉਂਕਿ ਇਹ ਇੱਕ ਉਹਨਾਂ ਜ਼ਮਾਨਿਆਂ ਦੇ ਵਿੱਚ, ਕਿਉਂਕਿ ਮਰਦ ਮੇਲ ਡੋਮੀਨੇਟਡ ਸੋਸਾਇਟੀ ਹੈ ਔਰ ਮਰਦ ਹੀ ਲਿਖ ਰਹੇ ਨੇ। ਇਹ ਇੱਕ ਐਸੀ ਔਰਤ ਰਾਈਟਰ ਦੇ ਤੌਰ ਦੇ ਉੱਤੇ ਉਭਰੀ ਜਿਹੜੀ ਕਿ ਇੱਕ ਮਤਲਬ ਆਪਣੀ ਇੱਕ ਖਾਸ ਐਗਜ਼ਿਸਟੈਂਸ ਰੱਖਦੀ ਸੀ। ਜਿਵੇਂ ਇਹਨਾਂ ਦਾ ਫਾਦਰ ਜਿਹੜੇ ਸੀ ਕਰਤਾਰ ਸਿੰਘ ਹਿਤਕਾਰੀ, ਉਹ ਧਾਰਮਿਕ ਜਿਹੜੀਆਂ ਰਚਨਾਵਾਂ ਉਹਨਾਂ ਦੇ ਨਾਲ ਉਹਨਾਂ ਦਾ ਸੰਬੰਧ ਸੀ। ਇਹਨਾਂ ਨੇ ਵੀ ਪਹਿਲਾਂ ਥੋੜ੍ਹੇ ਜਿਹੇ ਧਾਰਮਿਕ ਗੀਤ ਲਿਖੇ, ਔਰ ਦੱਸਦੇ ਕਿ ਜਦੋਂ ਇਹਨਾਂ ਦੇ ਬਾਅਦ ਵਿੱਚ ਇਸ਼ਕ ਦੀ ਗੱਲ, ਜਿਹੜੀ ਪਿਆਰ ਦੀ ਗੱਲ ਜਦੋਂ ਲਿਖੀ, ਤੇ ਇਹਨਾਂ ਨੇ ਥੱਪੜ ਵੀ ਪਿਆ ਇਹਨਾਂ ਨੂੰ ਆਪਣੇ ਪਿਤਾ ਦੇ ਕੋਲੋਂ, ਪਰ ਉਹ ਥੱਪੜ ਜਿਹੜਾ ਸੀ ਉਹ ਇਹਨਾਂ ਵਾਸਤੇ ਚੈਲੰਜ ਬਣ ਗਿਆ। ਤੇ ਉਹ ਜਗ੍ਹਾ ਚੀਜ਼ ਨੂੰ ਜਦੋਂ ਚੈਲੰਜ ਲੈ ਲਿਆ, ਇੱਕ ਔਰਤ ਜਿਹੜੀ ਹੈ ਜਦੋਂ ਇੱਕ ਬੋਲਡ ਰਾਈਟਿੰਗ ਜਿਹੜੀ ਹੈ, ਉਹ ਜਿਹੜੀ ਗੱਲ ਦੀ ਮਨਾਹੀ ਹੈ, ਜਿਵੇਂ ਕੈਲਾਸ਼ਪੁਰੀ ਜੀ ਨੇ ਵੀ ਦੱਸਿਆ ਸੀ ਕਿ ਬਈ ਉਹਨਾਂ ਚੀਜ਼ਾਂ ਦੀ ਸਾਨੂੰ ਮਨਾਹੀ ਹੁੰਦੀ ਸੀ। ਸੋ ਮੈਨੂੰ ਲੱਗਦਾ ਹੈ ਕਿ ਜਦੋਂ ਇੱਕ ਔਰਤ ਰਾਈਟਰ ਦੇ ਤੌਰ ਦੇ ਉੱਤੇ ਸਾਹਮਣੇ ਆਈ, ਤੇ ਨੈਚੁਰਲੀ ਕਿਉਂਕਿ ਉਹਦੀ ਗੱਲ ਹੋਣੀ ਸੀ, ਤੇ ਕਈ ਵਾਰੀ ਫਿਰ ਸਾਨੂੰ ਏਦਾਂ ਲੱਗਦਾ ਹੈ ਕਿ ਜਿਵੇਂ ਕੁਝ ਲੋਕ ਉਹਨਾਂ ਨੂੰ ਇੱਕ ਔਰਤਾਂ ਦੀ ਜਿਹੜੀ ਵਿਦਰੋਹੀ ਪੀੜ੍ਹੀ ਹੈ ਉਹਦੇ ਨਾਲ ਵੀ ਜੋੜਦੇ ਆ। ਉਹ ਇਸ ਕਰਕੇ ਕਿ ਜਿਵੇਂ ਇੱਕ ਤਾਂ ਤੁਸੀਂ ਜਿਹੜਾ ਆਪ ਹੀ ਕਿਹਾ ਕਿ ਉਹ ਬੋਲਡ ਵਿਸ਼ੇ ਉਹਨਾਂ ਨੇ ਚੁਣੇ ਲਿਖਣ ਵਾਸਤੇ, ਬੋਲਡ ਇਨ ਦਾ ਸੈਂਸ ਕਿ ਪਿਆਰ ਜਿਹੜਾ ਹੈ, ਜਿਸ ਤਰ੍ਹਾਂ ਦੇਖਿਆ ਜਾਏ ਤਾਂ ਜਿਹੜਾ ਹੀਰ ਵਾਰਸ ਹੈ, ਹੀਰ ਵਾਰਸ ਦੇ ਵਿੱਚ ਹੀਰ ਰਾਂਝੇ ਦੀ ਕਹਾਣੀ ਕੋਈ ਘੱਟ ਬੋਲਡ ਨਹੀਂ, ਜੇ ਤੁਸੀਂ ਉਸ ਟਾਈਮ ਦੇ ਵਿੱਚ ਉਹਨੂੰ ਰੱਖ ਕੇ ਦੇਖੋ। ਕਮਿੰਗ ਫਰੋਮ ਏ ਵੂਮਨ ਰਾਈਟਰ, ਹਾਂਜੀ, ਪੀਪਲ ਪਰਸੀਵ ਡਿਫਰੈਂਟਲੀ। ਹਾਂਜੀ, ਕਿਉਂਕਿ ਸਾਡੇ ਜਿਹੜਾ ਸਮਾਜ ਹੈ
ਉਹ ਇੱਕ ਔਰਤ ਨੂੰ ਤੁਹਾਡੇ ਕੀਤਿਆਂ ਪ੍ਰਵਾਨ ਨਹੀਂ ਕਰਦਾ। ਅੱਛਾ, ਉਹਨਾਂ ਨੇ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਨੇ। ਹੁਣ ਜੇ ਤੁਸੀਂ ਰਸੀਦੀ ਟਿਕਟ ਹੀ ਲਓ, ਉਹਦੇ ਬਾਰੇ ਕਿੰਨਾ ਕ੍ਰਿਟਿਸਿਜ਼ਮ ਆ ਰਿਹਾ। ਕਹਿੰਦੇ ਜੇ ਕਿ ਉਹ ਸਾਹਰ ਜਦੋਂ ਜਿਉਂਦਾ ਸੀ ਉਸ ਵੇਲੇ ਲਿਖਿਆ ਨਹੀਂ ਪਿਆ, ਉਹਨਾਂ ਇਸ਼ਕ ਸੀ। ਹੁਣ ਬਾਅਦ ਦੇ ਵਿੱਚ ਚਲੋ ਇਹ ਉਹਨਾਂ ਦੀਆਂ ਗੱਲਾਂ ਹੋਈਆਂ, ਅਸੀਂ ਤਾਂ ਉਹਨਾਂ ਦੀ ਯਾਦ ਨੂੰ ਸਿਰ ਝੁਕਾਉਂਦੇ ਹਾਂ। ਤੁਹਾਡੀਆਂ ਗੱਲਾਂ ਕਰੀਏ ਕਿ ਫਿਰ ਤੁਸੀਂ ਦਿੱਲੀ ਸੀਗੇ, ਤੁਸੀਂ ਇੱਥੇ ਵਿਜ਼ਿਟ ਕਰਨ ਵਾਸਤੇ ਆਏ, ਉਦੋਂ ਵੀ ਆਪਾਂ ਇੱਥੇ ਮਿਲਦੇ ਬਹੁਤ ਤੁਹਾਨੂੰ ਮਿਲੀ ਸੀ। ਮੈਂ ਤੁਹਾਡੇ ਕੋਲ ਆ ਵੀ ਜਾਂਦੀ ਹੁੰਦੀ ਸੀ ਜਦੋਂ ਤੁਹਾਡੇ ਉਹ ਬਿਜ਼ਨਸ ਜਿਹੜਾ ਸੀ ਤੁਹਾਡਾ, ਕਿਉਂਕਿ ਉਹ ਮੈਂ ਆਪਣੀ ਭਰਜਾਈ ਕੋਲ ਰਹਿ ਰਹੀ ਸੀ ਤੇ ਉੱਥੋਂ ਕਾਫੀ ਨਜ਼ਦੀਕ ਪੈਂਦਾ ਸੀ, ਬਹੁਤ ਨੇੜੇ ਸੀ, ਤੇ ਮੈਂ ਅਕਸਰ ਹੀ ਤੁਹਾਡੇ ਆ ਜਾਂਦੀ ਹੁੰਦੀ ਸੀ। ਔਰ ਤੁਹਾਡੀ ਯਸ਼ ਪਤਨੀ ਜਿਹੜੀ ਹੈ, ਤੁਸੀਂ ਦੋਵਾਂ ਨੇ ਬਹੁਤ ਮੈਨੂੰ ਉਦੋਂ ਉਸ ਜ਼ਮਾਨੇ ਦੇ ਵਿੱਚ ਪਿਆਰ ਦਿੱਤਾ। ਸੋ ਮੈਨੂੰ ਅਜੇ ਤੱਕ ਵੀ ਮਤਲਬ ਮੇਰੇ ਅੰਦਰ ਉਸ ਦਾ ਅਹਿਸਾਸ ਹੈ। ਮੈਨੂੰ ਖੁਸ਼ੀ ਹੈ ਕਿ ਸਾਡੀ ਜਿਹੜੀ ਦੋਸਤੀ ਹੈ ਇਹ ਨਿਰੰਤਰ ਤੁਰੀ ਜਾ ਰਹੀ ਹੈ। ਫਿਰ ਜਦੋਂ ਤੁਸੀਂ ਇੱਥੇ ਆਏ ਸੀ ਉਸ ਵੇਲੇ ਮੈਨੂੰ ਤੁਸੀਂ ਇਹੋ ਜਿਹਾ ਸੰਕੇਤ ਨਹੀਂ ਦਿੱਤਾ ਕਿ ਤੁਸੀਂ ਇਸ ਕੰਟਰੀ ਵਿੱਚ ਸੈਟਲ ਹੋਣਾ ਚਾਹੋਗੇ, ਪਰ ਫਿਰ ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਯੂ ਗੋਟ ਮੈਰਿਡ ਟੂ ਸਵਰਨ ਚੰਦਨ, ਜਿਹੜੇ ਪੰਜਾਬੀ ਦੇ ਪੋਇਟ ਵੀ ਸੀ, ਆਲੋਚਕ ਵੀ ਸੀ, ਬੜਾ ਕੁਝ ਸੀਗੇ, ਉਹ ਲੇਖਕ ਸੀ, ਜਾਣੀ ਪਹਿਚਾਣੀ ਸ਼ਖਸੀਅਤ ਸੀਗੇ। ਹਾਊ ਡਿਡ ਯੂ ਡਿਸਾਈਡ ਔਨ ਦੈਟ? ਇਹ ਜਦੋਂ ਮੇਰੀ ਜੀਵਨੀ ਆਏਗੀ ਤੁਸੀਂ ਜ਼ਰੂਰ ਉਹਦੇ 'ਚ ਪੜ੍ਹ ਲਓਗੇ। ਵੈਸੇ ਮੇਰਾ ਕੋਈ ਇਰਾਦਾ ਨਹੀਂ ਸੀ ਇਸ ਮੁਲਕ ਦੇ ਵਿੱਚ ਸੈਟਲ ਹੋਣ ਦਾ। ਐਕਚੁਅਲੀ ਮੇਰੇ ਰਿਸ਼ਤੇਦਾਰ, ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਮੈਂ ਆਪਣੀ ਭਰਜਾਈ ਦੇ ਕੋਲ ਆਈ ਸੀ, ਤੇ ਉਹ ਕਿਉਂਕਿ ਸਾਡੇ ਕੋਲ ਹਰ ਸਾਲ ਜਾਂਦੇ ਸੀ ਦਿੱਲੀ, ਤੇ ਉਹਨਾਂ ਨੇ ਐਵੇਂ ਕਹਿਤਾ ਕਿ ਵੀ ਤੂੰ ਵੀ ਦੇਖ ਲੈ, ਚੱਕਰ ਲਗਾ ਲੈ, ਤੇ ਮੈਂ ਇੱਕ ਬਣਾ ਲਿਆ ਪ੍ਰੋਗਰਾਮ ਇੱਥੇ ਆਉਣ ਦਾ। ਤੇ ਹੁਣ ਜਿਹੜਾ ਸਵਰਨ ਚੰਦਨ ਸੀ, ਕਿਉਂਕਿ ਸਵਰਨ ਚੰਦਨ ਦਾ ਦਿੱਲੀ ਯੂਨੀਵਰਸਿਟੀ ਦੇ ਨਾਲ ਕਾਫੀ ਵਾਹ ਸੀ। 1980 ਦੇ ਵਿੱਚ ਮੈਂ ਇਹਨਾਂ ਨੂੰ ਯੂਨੀਵਰਸਿਟੀ 1980 1981 ਦੇ ਵਿੱਚ ਇਹਨਾਂ ਦਾ ਨਵੇਂ ਰਿਸ਼ਤੇ ਨਾਵਲ ਆ ਚੁੱਕਾ ਸੀ, ਬਹੁਤ ਚਰਚਾ ਹੋਈ ਸੀ। ਡਾਕਟਰ ਹਰਭਜਨ ਸਿੰਘ ਹੋਰਾਂ ਨੇ ਇੱਕ ਚਿੱਠੀ ਤੇਰੇ ਨਾਂ ਦੇ ਕਾਲਮ ਹੇਠ ਵੀ ਇਹਨਾਂ ਦਾ ਜ਼ਿਕਰ ਕੀਤਾ ਸੀ, ਔਰ ਇਹਨਾਂ ਦੇ ਜਿਹੜੀ ਲੈਕਚਰ ਹੁੰਦੇ ਸੀ ਮੈਂ ਉਹਨਾਂ ਤੋਂ ਕਾਫੀ ਪ੍ਰਭਾਵਿਤ ਸੀ। ਪਰ ਜਦੋਂ ਮੈਂ ਇੱਥੇ ਆਈ ਹਾਂ, ਜਿਵੇਂ ਮੈਂ ਤੁਹਾਨੂੰ ਮਿਲੀ, ਇਸੇ ਤਰ੍ਹਾਂ ਮੈਂ ਜਗਤਾਰ ਢਾਹ ਹੋਰਾਂ ਨੂੰ ਮਿਲੀ ਔਰ ਬਲਦੇਵ ਬਾਵਾ ਨੂੰ ਮਿਲੀ, ਇਸ ਤਰ੍ਹਾਂ ਸਵਰਨ ਚੰਦਨ ਨੂੰ ਮਿਲੀ। ਸੋ ਮੇਰਾ ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਸੀ। ਸਵਰਨ ਚੰਦਨ ਦਾ ਤਾਂ ਆਪਣਾ ਬੜਾ ਘਰ, ਉਹਦੀ ਪਤਨੀ ਸੀ, ਬੱਚੇ ਸੀ ਸਾਰੇ, ਪਰ ਇਹ ਮੈਨੂੰ ਤਾਂ ਲੱਗਦਾ ਕੋਈ ਡੈਸਟਨੀ ਜ਼ਰੂਰ ਹੁੰਦੀ ਹੈ। ਤੇ ਮੈਂ ਚਲੀ ਗਈ। ਉਸ ਤੋਂ ਬਾਅਦ 88 ਦੇ ਵਿੱਚ ਜਦੋਂ ਇਹਨਾਂ ਦੀ ਵਾਈਫ ਦੀ ਜਦੋਂ ਡੈਥ ਹੁੰਦੀ ਹੈ, ਤੇ ਹੋ ਸਕਦਾ ਇਹਨਾਂ ਦੇ ਮਨ ਦੇ ਵਿੱਚ ਕੋਈ ਚਾਰੋਂ ਪਾਸੇ ਨਜ਼ਰ ਵੀ ਦੌੜਾਈ ਹੋਏਗੀ, ਔਰ ਉਹਨਾਂ ਨੂੰ ਮੈਨੂੰ ਘੁਮਾਉਣ ਵਾਸਤੇ ਵੀ ਇੱਕ ਦਿਨ ਉਹ ਲੰਡਨ ਲੈ ਕੇ ਗਏ ਸੀ, ਤਾਂ ਉਹਨਾਂ ਦੇ ਜ਼ਿਹਨ ਦੇ ਵਿੱਚ ਮੈਂ ਕਿਤੇ ਨਾ ਕਿਤੇ ਹੋਵਾਂਗੀ, ਤਾਂ ਉਹਨਾਂ ਨੇ ਮੈਨੂੰ ਪ੍ਰਪੋਜ਼ ਕਰ ਦਿੱਤਾ ਤੇ ਮੈਂ ਵਿਆਹ ਕਰਾ ਕੇ ਆ ਗਈ, ਕਿਉਂਕਿ ਮੈਂ ਆਪਣਾ ਘਰ ਜਿਹੜਾ ਬਣਾਉਣਾ ਚਾਹੁੰਦੀ ਸੀ। ਮੇਰੇ ਵੀ ਆਪਣੀ ਜ਼ਿੰਦਗੀ ਦੇ ਐਕਸਪੀਰੀਐਂਸਿਸ ਕੁਛ ਇਹੋ ਜਿਹੇ ਸਨ, ਕਈ ਜਿਹੜੇ ਇਸ਼ਕ ਕਹਿ ਲਓ ਜਾਂ ਦੋਸਤੀਆਂ ਕਹਿ ਲਓ, ਉਹਨਾਂ ਦੇ ਵਿੱਚ ਮੈਂ ਨਾਕਾਮ ਵੀ ਰਹੀ, ਔਰ ਫਿਰ ਤੁਹਾਨੂੰ ਉਦਾਸ ਵੀ ਤੁਸੀਂ ਹੋ ਜਾਂਦੇ ਹੋ। ਪਰ ਇੱਕ ਰਾਈਟਰ ਜਦੋਂ ਸਵਰਨ ਚੰਦ